ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਵੰਦਨ, ਪਗ ਪੰਕਜ ਵੰਦਨਾ। ਸਿਮਰੋ ਅੰਗਦ ਦੁਖ ਨਿਕੰਦਨਾ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ। ਸ਼੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ, ਵਾਹਿਗੁਰੂ ਪੁਨ ਪੁਨ। ਬੰਧੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਧੋਂ ਕਰ ਅਨੁਰਾਗ। ਏਕ ਓੰਕਾਰਾ ਤੇਹ ਪ੍ਰਸਾਦ ਸਚ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ। ਸਵਈਆ ਰਾਏ ਸੁਨਿਓ ਨਿਜ ਬਲਬ ਆਵਨ, ਦਾਸ ਪਠਾਵਨ ਕੀਨ ਤਦਾਈ। ਜੁਗੋ ਜੁਗ ਅਟਲ। ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਬਰਕਤਮਈ ਮੁਬਾਰਕ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ ਧੰਤਾ ਦੇ ਯੋਗ ਹੋ। ਗੁਰੂ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਸਤਿਗੁਰੂ ਜੀ ਦੇ ਮੁਬਾਰਕ ਜੀਵਨ ਬਾਰੇ ਜਾਣੂ ਹੋਣ ਦਾ ਸੁਭਾਗ ਆਪ ਸਰਬੱਤ ਸਤ ਸੰਗਤ ਨੂੰ ਪ੍ਰਾਪਤ ਹੋ ਰਿਹਾ ਹੈ। ਅਪਾਰ ਕਿਰਪਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜਿਨ੍ਹਾਂ ਦੀ ਰਹਿਮਤ ਦਾ ਸਦਕਾ ਚੱਲ ਰਹੀ ਲੜੀਵਾਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤਿਨਾਂ ਦੁਆਰਾ ਕੀਤੇ ਗਏ ਪਰਉਪਕਾਰ ਤੇ ਬਖਸ਼ਿਸ਼ਾਂ ਨੂੰ ਆਪਾਂ ਵਿਚਾਰ ਰਹੇ ਹਾਂ ਇਤਿਹਾਸ ਦੇ ਰਾਹੀਂ। ਕੱਲ ਦੇ ਦੀਵਾਨਾਂ ਵਿੱਚ ਜਿਵੇਂ ਆਪ ਜੀ ਨੇ ਸਰਵਣ ਕੀਤਾ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੇਬੇ ਨਾਨਕੀ ਜੀ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਤੋਂ ਲੈਣ ਵਾਸਤੇ ਜਾਂਦੇ ਨੇ। ਬੇਬੇ ਨਾਨਕੀ ਜੀ ਦਾ ਵਿਆਹ ਭਾਈਆ ਜੈ ਰਾਮ ਜੀ ਨਾਲ ਹੋਇਆ ਹੈ ਸੁਲਤਾਨਪੁਰ ਦੀ ਧਰਤੀ ਤੇ ਕੁਝ ਸਮਾਂ ਬਤੀਤ ਹੋਣ ਤੇ ਜਦੋਂ ਘਰ ਵੱਲੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਗੱਲ ਕਹੀ ਗਈ ਕਿ ਜਾਓ ਤੁਸੀਂ ਆਪਣੀ ਭੈਣ ਨੂੰ ਲੈ ਕੇ ਆਓ, ਤੇ ਪਹਿਲਾਂ ਤੇ ਸਤਿਗੁਰੂ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਬਾਬਾ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਕੋਲ ਕਹਿੰਦੇ ਨੇ, ਕਿਉਂਕਿ ਉਹਨਾਂ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਸਖਤ ਜਿਹੜਾ ਹੈ ਹਦਾਇਤ ਦਿੱਤੀ ਹੋਈ ਹੈ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਉੱਚਾ ਨਹੀਂ ਬੋਲਣਾ, ਤੁਸੀਂ ਮਾੜਾ ਨਹੀਂ ਬੋਲਣਾ। ਤੇ ਬਾਬਾ ਮਹਿਤਾ ਕਾਲੂ ਜੀ ਵਿਚਾਰ ਕਰਦੇ ਨੇ ਕਿ ਆਪਾਂ ਕੀ ਕਹਿਣਾ ਹੈ, ਤੇ ਆਪਾਂ ਰਾਏ ਬੁਲਾਰ ਜੀ ਨੂੰ ਕਹਿੰਦੇ ਹਾਂ। ਉਹਨਾਂ ਕੋਲ ਜਾ ਕੇ ਜਦੋਂ ਬੇਨਤੀ ਕੀਤੀ ਹੈ ਤੇ ਫਿਰ ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਜੀ ਨੂੰ ਬੁਲਾ ਕੇ ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ ਇਹ ਗੱਲ ਕਹੀ ਹੈ ਕਿ ਤੁਹਾਡਾ ਬਣਦਾ ਹੈ ਜਾਣਾ, ਤੁਸੀਂ ਜਾਓ ਤੇ ਬੇਬੇ ਨਾਨਕੀ ਨੂੰ ਲੈ ਕੇ ਆਓ। ਤੇ ਸਤਿਗੁਰੂ ਜੀ ਇੱਕ ਦਿਨ ਉੱਥੇ ਰੁਕੇ ਨੇ ਤੇ ਰੁਕਣ ਤੋਂ ਬਾਅਦ ਬਹੁਤ ਉੱਥੇ ਰੋਕਿਆ ਵੀ ਗਿਆ ਕਿ ਤੁਸੀਂ ਹੋਰ ਰੁਕੋ ਇੱਥੇ। ਤੇ ਭਾਈਆ ਜੈ ਰਾਮ ਜੀ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਤੁਸੀਂ ਇੱਥੇ ਹੀ ਰਹੋ ਸਾਡੇ ਕੋਲ, ਤੁਹਾਡਾ ਅਸੀਂ ਆਦਰ ਸਨਮਾਨ ਪੂਰਨ ਤੌਰ 'ਤੇ ਅਸੀਂ ਕਰਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਮੈਂ ਜਾਣਾ ਹੈ, ਫਿਰ ਆਵਾਂਗਾ ਤੁਹਾਡੀ ਨਗਰੀ ਦੇ ਵਿੱਚ। ਸੋ ਬੇਬੇ ਨਾਨਕੀ ਜੀ ਨੂੰ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਲਵੰਡੀ ਵਿੱਚ ਆਏ ਨੇ। ਤੇ ਅਗਲਾ ਬਿਰਤਾਂਤ ਜਿਵੇਂ ਕਵੀ ਜੀ ਨੇ ਜਿਹੜਾ ਹੈ ਕਾਵ ਤੋਲ ਦੇ ਰਾਹੀਂ ਸਾਨੂੰ ਬਖਸ਼ਿਆ ਹੈ। ਸੋ ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਰਾਏ ਸੁਨਿਓ ਨਿਜ ਬਲਬ ਆਵਨ, ਦਾਸ ਪਠਾਵਨ ਕੀਨ ਤਦਾਈ। ਰਾਏ ਬੁਲਾਰ ਜੀ ਨੇ ਜਦੋਂ ਸੁਣਿਆ ਹੈ ਕਿ ਮੇਰਾ ਪਿਆਰਾ ਆਇਆ ਹੈ, ਆਪ ਬੜਾ ਪਿਆਰ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਨਾਲ, ਤੇ ਵਿਚਾਰ ਕੀਤੀ ਹੈ ਕਿ ਪਿਆਰਾ ਆਇਆ ਹੈ, ਭਾਵ ਗੁਰੂ ਨਾਨਕ ਪਾਤਸ਼ਾਹ ਆਏ ਨੇ, ਤੇ ਦਾਸ ਪਠਾਵਨ ਕੀਨ ਤਦਾਈ, ਆਪਣਾ ਨੌਕਰ ਭੇਜਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਕੋਲ ਜਿਹੜਾ ਹੈ ਬੁਲਾਉਣ ਵਾਸਤੇ ਆਪਣੇ ਦਾਸ ਨੂੰ, ਆਪਣੇ ਨੌਕਰ ਨੂੰ ਆਖਿਆ ਹੈ। ਲੀਨ ਬੁਲਾਏ ਸੋ ਪਾਸ ਬਿਸਾਏ, ਹਿਰਦੈ ਸੁਖ ਪਾਏ ਅਖੀ ਪਰ ਆਈ। ਬੁਲਾ ਲਿਆਂਦਾ ਦਾਸ ਨੇ ਤੇ ਗੁਰੂ ਸਾਹਿਬ ਜੀ ਵੀ ਖੁਸ਼ੀ ਖੁਸ਼ੀ ਆਏ ਨੇ। ਤੇ ਰਾਏ ਬੁਲਾਰ ਜੀ ਕੋਲ ਜਦੋਂ ਆਏ ਨੇ ਤੇ ਉਹਨਾਂ ਨੇ ਬੜੇ ਆਦਰ ਦੇ ਨਾਲ ਆਪਣੇ ਕੋਲ ਬਿਠਾ ਲਿਆ ਹੈ, ਤੇ ਹਿਰਦੇ ਦੇ ਵਿੱਚ ਬੜਾ ਸੁੱਖ ਜਿਹੜਾ ਹੈ ਉਹਨਾਂ ਨੇ ਮਹਿਸੂਸ ਕੀਤਾ ਹੈ। ਤੇ ਕਵੀ ਜੀ ਕਹਿਣ ਲੱਗੇ ਅੱਖਾਂ ਭਰ ਆਈਆਂ ਨੇ, ਕਿਉਂਕਿ 1-2 ਦਿਨ ਹੋ ਗਏ ਸਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਨਹੀਂ ਸੀ ਕੀਤੇ ਉਹਨਾਂ ਨੇ। ਤੇ ਜਦੋਂ ਅੱਖੀਆਂ ਨੇ ਦੀਦ ਕੀਤੀ ਹੈ, ਦੀਦਾਰ ਕੀਤੇ ਨੇ, ਤੇ ਰਾਏ ਬੁਲਾਰ ਜੀ ਦੀਆਂ ਅੱਖੀਆਂ ਜਿਹੜੀਆਂ ਨੇ ਉਹ ਹੰਝੂਆਂ ਦੇ ਨਾਲ ਭਰ ਆਈਆਂ। ਪ੍ਰੇਮ ਸੋ ਬੂਝੇ ਸ਼ਰੀਰ ਅਪੀਰ ਕੀ, ਪ੍ਰੀਤ ਨਵੀਨ ਕਰੀ ਅਧਿਕਾਈ। ਪ੍ਰੇਮ ਨਾਲ ਸਰੀਰ ਦੀ ਜਿਹੜਾ ਨਾ ਸੁਖ ਸ਼ਾਮ ਜਿਹੜੀ ਹੈ ਪੁੱਛੀ ਹੈ ਤੇ ਕੰਨਾਂ ਨਾਲ ਸੁਣੀ ਹੈ, ਤੇ ਗੁਰੂ ਸਾਹਿਬ ਜੀ ਦੇ ਪ੍ਰਤੀ ਰਾਏ ਬੁਲਾਰ ਦੀ ਪ੍ਰੀਤ ਜਿਹੜਾ ਹੈ ਹੋਰ ਵਧੀ ਹੈ। ਤੀਰ ਤੁਰੰਤਰ ਸ਼੍ਰੀ ਗੁਰ ਪੂਰਨ, ਛੇਮ ਕਹੀ ਔਜ ਰਾਮ ਵਡਾਈ। ਧੀਰਜ ਦੇ ਘਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਸਲ ਦੇ ਵਿੱਚ ਜਦੋਂ ਉਹਨਾਂ ਤੇ ਪੁੱਛਣ ਦੇ ਆਪਣੀ ਵੀ ਸੁਖ ਸਾਂਦ ਦੱਸੀ ਹੈ, ਤੇ ਸੁਲਤਾਨਪੁਰ ਦੀ ਵੀ ਜਿਹੜਾ ਹੈ
ਖਬਰਸਾਰ ਦਿੱਤੀ ਹੈ। ਤੇ ਭਾਈਆ ਜੈ ਰਾਮ ਜੀ ਬਾਰੇ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਵੀ ਠੀਕ ਠਾਕ ਹਨ। दोहरा सदन आए दुख कदन पुन जिन ते मदन लजाए रदन कुंद कंदल आनंद मंद मंद गत पाए। ਫਿਰ ਦੁੱਖਾਂ ਨੂੰ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਾਏ ਬੁਲਾਰ ਜੀ ਦੇ ਨਾਲ ਕੁਝ ਬਚਨ ਬਿਲਾਸ ਕਰਕੇ ਆਪਣੇ ਗ੍ਰਹਿ ਵਿਖੇ ਆਏ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਤਨੇ ਸੁੰਦਰ ਨੇ, ਸੁਹਾਪਣਤਾ ਉਹਨਾਂ ਤੇ ਹੈ ਕਿ ਕਾਮਦੇਵ ਵੀ ਜਿਹੜਾ ਹੈ ਸ਼ਰਮਿੰਦਾ ਹੁੰਦਾ ਹੈ ਉਹਨਾਂ ਅੱਗੇ। ਇਸ ਪ੍ਰਕਾਰ ਸਤਿਗੁਰੂ ਜੀ ਆਨੰਦ ਦੀ ਮੂਰਤ, ਆਨੰਦ ਦੀ ਜੜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਗ੍ਰਹਿ ਵਿਖੇ ਆਏ ਹਨ। कबित सुंदर बदन पर तनक शसम मस मानो श्रृंगार निज रूप प्रगटा गई। ਸੁੰਦਰ ਮੁਖ ਤੇ ਦਾੜੀ ਦਾ ਜਿਹੜਾ ਕਾਲਾਪਨ ਹੈ, ਮਾਨੋ ਕਿ ਜਿਹੜਾ ਹੈ ਸਤਿਗੁਰੂ ਜੀ ਦਾ ਨਿੱਜੀ ਸਰੂਪ ਜਿਹੜਾ ਨਾ ਹੁਣ ਪ੍ਰਗਟ ਹੋ ਰਿਹਾ, ਭਾਵ ਤਰਨ ਅਵਸਥਾ ਵਿੱਚ ਆਏ ਨੇ। ਗੁਰੂ ਸਾਹਿਬ ਜੀ ਦੇ ਮੁਖ ਤੇ ਹੁਣ ਦਾੜਾ ਆਇਆ ਹੈ ਤੇ ਇਸ ਪ੍ਰਕਾਰ ਮਾਲਕ ਜੀ ਬੜੇ ਸੋਹਣੇ ਲੱਗ ਰਹੇ ਹਨ। किदो सस पास छे पसरे उत्तम सजस किदो मुख सारस पे मधुप सुहावई। ਜਿਵੇਂ ਚੰਦਰਮਾ ਦੇ ਕੋਲ ਹਨੇਰਾ ਪਸਰਿਆ ਹੁੰਦਾ ਹੈ ਤੇ ਜਿਵੇਂ ਕਮਲ ਦੇ ਮੁਖ ਤੇ ਭੌਰਾ ਸ਼ੁਭਦਾ ਹੈ, ਤੇ ਗੁਰੂ ਸਾਹਿਬ ਜੀ ਦੇ ਮੁਖ ਤੇ ਹੁਣ ਦਾੜਾ ਸ਼ੋਭ ਰਿਹਾ ਹੈ। पूजा है प्रलंब पारी उन्नत सिकंद चारी दया परी नैन कौर चित्त को चुरावई। ਬਾਹਾਂ ਜਿਹੜੀਆਂ ਗੁਰੂ ਸਾਹਿਬ ਜੀ ਦੀਆਂ ਬਹੁਤ ਲੰਮੀਆਂ ਨੇ, ਮੋਢੇ ਸੁੰਦਰ ਨੇ ਤੇ ਉੱਚੇ ਨੇ, ਤੇ ਅੱਖਾਂ ਦੀਆਂ ਜਿਹੜੀਆਂ ਮਾਨੋ ਅੱਖੀਆਂ ਜਿਹੜੀਆਂ ਨੇ ਨਾ ਉਹ ਵੀ ਤਿਰਛੀਆਂ ਨੇ, ਬਹੁਤ ਸੁੰਦਰ ਲੱਗ ਰਹੀਆਂ ਹਨ। कुंडल कपोल पर चमकत लोल पय चिपुक अमोल छब हीरो ते लुभावई। ਸਤਿਗੁਰੂ ਜੀ ਦੇ ਹੁਣ ਜਿਹੜਾ ਹੈ ਸਰੂਪ ਬਾਰੇ ਕਵੀ ਜੀ ਇੱਥੇ ਸਮਝਾ ਰਹੇ ਨੇ। ਗੁਰੂ ਸਾਹਿਬ ਜੀ ਦੀ ਠੋਡੀ ਵੀ ਜਿਹੜੀ ਹੈ ਨਾ ਉਹ ਵੀ ਦੇਖਣ ਯੋਗ ਹੈ, ਬੜੀ ਅਮੋਲਕ ਹੈ, ਆਪਣੇ ਵੱਲ ਜਿਹੜਾ ਮਾਨੋ ਕਿ ਆਕਰਸ਼ਿਤ ਕਰਦੀ ਹੈ, ਬਹੁਤ ਸੁੰਦਰ ਲੱਗ ਰਹੀ ਹੈ। सहैया राग विरोध ते वृत निरोधन आद तेरी सदा जिन की। ਅਸਲ ਦੇ ਵਿੱਚ ਮੋਹ ਤੋਂ ਰੋਕਣ ਦੀ ਤੇ ਬਿਰਤੀ ਨੂੰ ਜਿਹੜਾ ਹੈ ਇਕਾਗਰ ਕਰਨ ਦੀ ਗੁਰੂ ਸਾਹਿਬ ਜੀ ਨਾਲ ਦੇ ਅੰਦਰ ਜਿਹੜਾ ਹੈ ਸਦਾ ਤੋਂ ਹੀ ਇਹ ਰੁਚੀ ਹੈ, ਰੀਤੀ ਉਹਨਾਂ ਦੀ ਰਹੀ ਹੈ। श्वैना सकै हर खम्मन शोक ज्यों दल कंज जलंकर की। ਗੁਰੂ ਸਾਹਿਬ ਜੀ ਨੂੰ ਨਾ ਖੁਸ਼ੀ ਹੋ ਸਕਦੀ ਹੈ ਤੇ ਨਾ ਗਮੀ, ਜਿਵੇਂ ਸਾਡੇ ਤੇ ਪ੍ਰਭਾਵ ਪੈ ਜਾਂਦਾ ਹੈ ਇਹਨਾਂ ਚੀਜ਼ਾਂ ਦਾ। ਬਹੁਤੀ ਖੁਸ਼ੀ ਹੋਵੇ ਤੇ ਮਨੁੱਖ ਜਿਹੜਾ ਹੈ ਫੁੱਲੇ ਨਹੀਂ ਸਮਾਉਂਦਾ, ਤੇ ਜੇ ਗਮ ਆ ਜਾਵੇ, ਦੁੱਖ ਆ ਜਾਵੇ ਤੇ ਮਨੁੱਖ ਨੂੰ ਆਪਣੇ ਆਪ ਨੂੰ ਸਾਂਭਣਾ ਜਿਹੜਾ ਬੜਾ ਕਠਿਨ ਲੱਗਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਅਵਸਥਾ ਇਹੋ ਜਿਹੀ ਹੈ, ਖੁਸ਼ੀ ਤੇ ਗਮੀ ਦਾ ਦੋਨਾਂ ਦਾ ਪ੍ਰਭਾਵ ਨਹੀਂ ਹੈ। ਕਿਵੇਂ? ਜਿਵੇਂ ਕਮਲ ਦੇ ਪੱਤੇ ਉੱਤੇ ਪਾਣੀ ਨਹੀਂ ਡਿੱਗਦਾ, ਉਸੇ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਖੁਸ਼ੀ ਤੇ ਗਮੀ ਛੂਹ ਨਹੀਂ ਸਕਦੀ। एक से आनंद में मग्न जग तारन लीला करे तन की। ਇਸ ਪ੍ਰਕਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਰਸ ਆਨੰਦ ਦੇ ਵਿੱਚ ਮਗਨ ਰਹਿੰਦੇ ਨੇ, ਤੇ ਗੁਰੂ ਸਾਹਿਬ ਜੀ ਫਿਰ ਜਿਹੜਾ ਹੈ ਜਗ ਨੂੰ ਤਾਰਨ ਦੀ ਲੀਲਾ ਕਿਸੇ ਨਾ ਕਿਸੇ ਜਿਹੜਾ ਹੈ ਤਰੀਕੇ ਨਾਲ, ਰਮਜ ਨਾਲ ਕੁਝ ਨਾ ਕੁਝ ਮਾਲਕ ਕਰਦੇ ਰਹਿੰਦੇ ਹਨ। ऐसे गुरु की जो सत संगत सेवत क्या उपमा तिन की। ਅਜਿਹੇ ਗੁਰੂ ਦੀ ਸਤ ਸੰਗਤ ਜਿਹੜਾ ਜੋ ਕਰਦੇ ਹੋਣਗੇ, ਤੇ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਉਹਨਾਂ ਦੀ ਉਪਮਾ ਕੌਣ ਕਰ ਸਕਦਾ ਹੈ, ਜਿਨ੍ਹਾਂ ਨੇ ਪ੍ਰਤੱਖ ਗੁਰੂ ਨਾਨਕ ਦੇ ਦੀਦਾਰ ਕੀਤੇ ਨੇ, ਜੋ ਨਾਲ ਖੇਡੇ ਨੇ, ਜੋ ਨਾਲ ਜਿਹੜਾ ਹੈ ਬੈਠ ਕੇ ਜਿਨ੍ਹਾਂ ਨੇ ਸੰਗਤ ਮਾਣੀ ਹੈ, ਉਹਨਾਂ ਦੀ ਅਵਸਥਾ ਨੂੰ ਕਿਵੇਂ ਆਪਾਂ ਬਿਆਨ ਕਰ ਸਕਦੇ ਹਾਂ, ਪਰੇ ਹੈ। दोहरा उदासीन वृत में सदा श्री बेदी कुल केत अस बिद दिवस
बरस बितावई जग तारन के रे। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਦਾਸੀਨ ਭਾਵ ਜਿਹੜਾ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ, ਵੱਖਰੇ ਨੇ, ਰਹਿੰਦੇ ਵਿੱਚ ਹੀ ਨੇ, ਪਰ ਰਹੁ ਰੀਤੀ ਜਿਹੜਾ ਹੈ ਸੰਸਾਰ ਮੁਤਾਬਕ ਨਹੀਂ ਉਹਨਾਂ ਦੀ। ਇਸ ਪ੍ਰਕਾਰ ਜਗਤ ਨੂੰ ਤਾਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਿਨ ਬਤੀਤ ਕਰਦੇ ਹਨ। कबित बहुरो जय राम चल आयो ससुरार ताम जाको अभिराम बेक लेन हित नानकी। ਕੁਝ ਸਮਾਂ ਬਤੀਤ ਹੋਇਆ ਹੈ ਤੇ ਭਾਈਆ ਜੈ ਰਾਮ ਜੀ ਹੁਣ ਆਪਣੇ ਸਹੁਰੇ ਘਰ ਦੇ ਵਿੱਚ ਆਏ ਨੇ ਬੇਬੇ ਨਾਨਕੀ ਨੂੰ ਲੈਣ। ਬੇਬੇ ਨਾਨਕੀ ਨੂੰ ਲੈਣ ਵਾਸਤੇ ਭਾਵ ਆਪਣੀ ਸੁਪਤਨੀ ਨੂੰ ਲੈਣ ਵਾਸਤੇ ਭਾਈ ਜੈ ਰਾਮ ਜੀ ਜਿਹੜਾ ਹੈ ਹੁਣ ਤਲਵੰਡੀ ਵਿਖੇ ਆਏ ਨੇ। ਇਸ ਪ੍ਰਕਾਰ ਆਪਣੇ ਸਹੁਰੇ ਘਰ ਦੇ ਵਿੱਚ ਆ ਕੇ सुन के बुलार ने बुलाए पठा तात्काल आए मिलियो पली रीत करी सन्मान की। ਜਦ ਰਾਏ ਬੁਲਾਰ ਨੂੰ ਜਿਹੜਾ ਹੈ ਉਹਨਾਂ ਦੇ ਆਉਣ ਦਾ ਪਤਾ ਲੱਗਾ ਤੇ ਫਿਰ ਉਹਨਾਂ ਨੇ ਤਤਕਾਲ ਜਿਹੜਾ ਹੈ ਉਹਨਾਂ ਨੂੰ ਸਦਾ ਭੇਜਿਆ ਹੈ ਤੇ ਫਿਰ ਜਾ ਕੇ ਮਿਲੇ ਨੇ ਵੀ ਤੇ ਬੜਾ ਆਦਰ ਸਤਿਕਾਰ ਦਿੱਤਾ ਹੈ ਕਿ ਸਾਡੇ ਪਿੰਡ ਦਾ ਇਹ ਜਵਾਈ ਹੈ, ਜਵਾਈ ਭਾਈ ਆਇਆ ਹੈ ਤੇ ਸਹੁਰੇ ਪਰਿਵਾਰ ਦੇ ਵਿੱਚ ਆਇਆ ਹੈ ਪਹਿਲੀ ਵਾਰ ਤੇ ਬੜਾ ਸਨਮਾਨ ਜਿਹੜਾ ਹੈ ਭਾਈਆ ਜੈ ਰਾਮ ਜੀ ਨੂੰ ਦਿੱਤਾ ਹੈ। कुशल प्रसंग कर हृदय में आनंद तर बोलियो समझान हित बिद दत्त दान की। ਸੁਖ ਸਾਂਦ ਪੁੱਛ ਪੁਛਾ ਕੇ ਹਿਰਦੇ ਵਿੱਚ ਬੜੇ ਪ੍ਰਸੰਨ ਹੋਏ ਨੇ ਤੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਪਾਤਸ਼ਾਹ ਬਾਰੇ ਸਮਝਾਉਣ ਹਿਤ ਜਿਹੜਾ ਹੈ ਕੁਝ ਕਿਹਾ ਹੈ। कलावान नानक सुजान को तू पले मन कलय करत कालू समझने स्यान की। ਰਾਏ ਬੁਲਾਰ ਜੀ ਕਹਿਣ ਲੱਗੇ ਭਾਈ ਜੈ ਰਾਮ ਜੀ ਨੂੰ ਕਿ ਸੁਣੋ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਹੁਤ ਵੱਡੀ ਸਮਰੱਥਾ ਦੇ ਮਾਲਕ ਨੇ, ਕਲਾਵਾਨ ਨੇ, ਸਿਆਣੇ ਨੇ ਤੇ ਤੁਸੀਂ ਇਹ ਭਲੀ ਭਾਂਤ ਜਾਣਦੇ ਵੀ ਹੋਵੋਗੇ, ਪਰ ਤੁਹਾਡੇ ਜਿਹੜੇ ਸਹੁਰਾ ਸਾਹਿਬ ਨੇ ਨਾ ਬਾਬਾ ਮਹਿਤਾ ਕਾਲੂ ਜੀ, ਉਹ ਇਹਨਾਂ ਦੇ ਨਾਲ ਝਗੜਾ ਕਰਦੇ ਰਹਿੰਦੇ, ਝਿੜਕਦੇ ਰਹਿੰਦੇ ਨੇ ਇਹਨਾਂ ਨੂੰ ਤੇ ਪਿੱਛੇ ਹੱਥ ਵੀ ਜਿਹੜਾ ਹੈ ਚੁੱਕਿਆ ਸੀ ਇਹਨਾਂ ਤੇ ਅਸਲ ਦੇ ਵਿੱਚ ਜਿਹੜਾ ਹੈ ਇਹ ਕੋਈ ਸਿਆਣਪ ਨਹੀਂ ਹੈ। ਤੁਸੀਂ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਸਮਝਾਉਣੀ ਹੈ। मेरो कहियो मान निज राख कर मान सन उते कित थान बिद ब्याह की मिलीजिए। ਮੇਰਾ ਕਿਹਾ ਮੰਨੋ ਤੇ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਆਦਰ ਮਾਣ ਦੇ ਨਾਲ ਰੱਖੋ। ਉਧਰੇ ਕਿਸੇ ਥਾਂ ਜਿਹੜਾ ਹੈ ਜੁਗਤੀ ਕਰਕੇ ਉਹਨਾਂ ਦਾ ਵਿਆਹ ਕਰਵਾ ਦਿਓ। ਇਹ ਕੌਣ ਕਹਿ ਰਿਹਾ ਹੈ? ਰਾਏ ਬੁਲਾਰ ਜੀ ਕਹਿ ਰਹੇ ਨੇ ਭਾਈਆ ਜੈ ਰਾਮ ਜੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਰੱਖੋ ਤੇ ਉੱਥੇ ਹੀ ਜਿਹੜਾ ਹੈ ਇਹਨਾਂ ਨੂੰ ਕੋਈ ਕਾਰੋਬਾਰ ਕਰਨ ਵਾਸਤੇ ਜਿਹੜਾ ਹੈ ਕੁਝ ਸਿਖਾਓ ਇਹਨਾਂ ਨੂੰ ਤੇ ਨਾਲ ਹੀ ਜਿਹੜਾ ਹੈ ਇਹਨਾਂ ਦਾ ਵਿਆਹ ਵੀ ਉਧਰਲੇ ਪਾਸੇ ਕਿਤੇ ਕਰ ਦਿਓ। से वो सब पांत सो मिटाए मन प्राथमिक फूल हूँ न प्रतिकूल हो निमत कीजिए। ਮਨ ਦੇ ਸਾਰੇ ਭਰਮ ਦੂਰ ਕਰਕੇ ਉਹਨਾਂ ਦੀ ਸੇਵਾ ਕਰੋ। ਜੇ ਭੁੱਲ ਵੀ ਹੋ ਜਾਵੇ ਤਾਂ ਆਪਣੀ ਬੁੱਧੀ ਨੂੰ ਜਿਹੜਾ ਹੈ ਨਾ ਅਸਲ ਦੇ ਵਿੱਚ ਤੁਸੀਂ ਉਲਟ ਕਰ ਲੈਣਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸਿਆਣਪ ਨਹੀਂ ਵਿਖਾਉਣੀ। ਉਹ ਦਰਵੇਸ਼ ਹੈ, ਪਰਮਾਤਮਾ ਦਾ ਸਰੂਪ ਹੈ ਤੇ ਜੇ ਭੁੱਲ ਵੀ ਹੋ ਜਾਵੇ ਤੇ ਅਸਲ ਦੇ ਵਿੱਚ ਤੁਸੀਂ ਜਿਹੜਾ ਉਸ ਭੁੱਲ ਨੂੰ ਬਖਸ਼ਾ ਲੈਣਾ, ਕਿਉਂਕਿ ਅਸੀਂ ਪ੍ਰਤੱਖ ਗੁਰੂ ਸਾਹਿਬ ਜੀ ਦੀਆਂ ਕਰਾਮਾਤਾਂ ਦੇਖੀਆਂ ਨੇ ਤੇ ਤੁਸੀਂ ਜਿਹੜਾ ਹੈ ਭਲੇ ਰੂਪ ਹੋ ਤੇ ਸਾਡਾ ਕਹਿਣਾ ਮੰਨੋ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਕੋਲ ਲੈ ਜਾਵੋ। स्वार्थ प्रमारक में जन्म पदारथ को
ਚਾਹੋ ਜੇ ਸਕਾਰਤਾ ਤਉ ਨੀਕੇ ਲਖ ਲੀਜੀਏ। ਜੇ ਤੁਸੀਂ ਜਿਹੜਾ ਹੈ ਸਵਾਰਥੀ ਪਰਮਾਰਥ ਵਿੱਚ ਆਪਣੇ ਜਨਮ ਪਦਾਰਥ ਨੂੰ ਜਿਹੜਾ ਹੈ ਨਾ ਸਕਾਰਤ ਬਣਾਉਣਾ ਹੈ, ਚੰਗਾ ਬਣਾਉਣਾ ਹੈ, ਇਸ ਸੰਸਾਰ ਦੇ ਵਿੱਚ ਚਾਹੁੰਦੇ ਜੋ ਰਹਿੰਦਿਆਂ ਹੋਇਆਂ ਤੁਸੀਂ ਸੁਰਤ ਪਰਮਾਤਮਾ ਨਾਲ ਜੋੜਨੀ ਹੈ, ਆਪਣਾ ਜਨਮ ਸਫਲ ਬਣਾਉਣਾ ਹੈ, ਤੇ ਤੁਸੀਂ ਇਹ ਗੱਲ ਮੇਰੀ ਮੰਨਣੀ ਕਰੋ। ਇੱਕ ਤਉ ਕਹਿਨ ਮੇਰੋ ਦੂਜ ਸਨ ਬੰਧ ਤੇਰੋ, ਤੀਜ ਨਿਜ ਭਲਾ ਹੇਰੋ ਸੇਵਾ ਮੈਂ ਪ੍ਰਸੀਜੀਏ। ਇੱਕ ਤਾਂ ਮੇਰੇ ਕਹਿਣ ਤੇ ਤੁਸੀਂ ਇਹ ਕੰਮ ਕਰਨਾ ਹੈ, ਦੂਜਾ ਤੁਹਾਡੇ ਉਹ ਸੰਬੰਧੀ ਨੇ, ਰਿਸ਼ਤੇਦਾਰ ਨੇ ਤੁਹਾਡੇ, ਤੇ ਤੀਜਾ ਜਿਹੜਾ ਹੈ ਜੇ ਮੈਂ ਆਪਣਾ ਨਿੱਜੀ ਭਲਾ ਚਾਹੁੰਦੇ ਹੋ ਤੁਸੀਂ ਨਾ, ਤੇ ਫਿਰ ਇਹਨਾਂ ਦੀ ਸੇਵਾ ਦੇ ਵਿੱਚ ਤੁਸੀਂ ਲੱਗ ਜਾਵੋ। ਦੋਹਰਾ ਕਲਹੀ ਕਾਲੋ ਕਲੈ ਕਰ, ਜਾਂ ਤੇ ਰਹਿ ਉਦਾਸ, ਜਾਹ ਜਬੈ ਨਿਜ ਸਦਨ ਕੋ, ਪੁਨ ਪਟਵੋ ਤੁਮ ਪਾਸ। ਬਾਬਾ ਮਹਿਤਾ ਕਾਲੂ ਜੀ ਜਿਹੜਾ ਹੈ ਨਾ ਉਹ ਝਗੜਦੇ ਰਹਿੰਦੇ ਨੇ, ਇਹਨਾਂ ਦੇ ਨਾਲ ਲੜਾਈ ਕਰਦੇ ਨੇ, ਤੇ ਇਸ ਲਈ ਜਿਹੜਾ ਹੈ ਉਹ ਬੜੇ ਉਦਾਸ ਰਹਿੰਦੇ ਨੇ ਪਿਤਾ ਦੇ ਸੁਭਾਅ ਤੋਂ। ਤੇ ਤੁਸੀਂ ਜਿਹੜਾ ਜਦੋਂ ਆਪਣੇ ਘਰ ਜਾਣ ਲੱਗੋ ਨਾ, ਤੇ ਫਿਰ ਤੁਸੀਂ ਇਹ ਗੱਲ ਜ਼ਰੂਰ ਕਹਿਣੀ ਹੈ ਕਿ ਚਲੋ ਤੁਸੀਂ ਸਾਡੇ ਘਰ ਚਲੋ, ਤੇ ਯਤਨ ਕਰਨਾ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਵੋਗੇ। ਸਵਈਆ ਜੈ ਰਾਮ ਤਬੈ ਹਰਿ ਖਾਏ ਰਿਦੇ ਕਹਿ, ਭਾਗ ਜਗੇ ਆਪਣੇ ਵੱਡ ਜਾਨੋ। ਭਾਈਆ ਜੈ ਰਾਮ ਜੀ ਕਹਿਣ ਲੱਗੇ ਮੇਰੇ ਤੇ ਭਾਗ ਖੁੱਲ ਜਾਣਗੇ ਜੇ ਗੁਰੂ ਨਾਨਕ ਮੇਰੇ ਘਰੇ ਆ ਜਾਣਗੇ। ਤੇ ਬੜੇ ਖੁਸ਼ ਹੋਏ ਨੇ, ਬੜਾ ਹਿਰਦਾ ਪ੍ਰਸੰਨ ਹੋਇਆ ਹੈ ਕਿ ਮੈਂ ਵੀ ਇਹੋ ਹੀ ਚਾਹੁੰਦਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੇ ਗ੍ਰਹਿ ਵਿਖੇ ਆਉਣ। ਜਿਨ ਕੀ ਉਪਮਾ ਤੁਮ ਆਪ ਕਰੋ, ਸੋ ਚਲੇ ਮਮ ਤਮ ਕ੍ਰਿਤਾਰਥ ਮਾਨੋ। ਜਿਨ੍ਹਾਂ ਦੀ ਉਪਮਾ ਤੁਸੀਂ ਕਰ ਰਹੇ ਜੋ, ਸਾਡੇ ਤੋਂ ਵਡੇਰੀ ਉਮਰ ਤੁਹਾਡੀ ਹੈ, ਤੁਸੀਂ ਤੇ ਉਹਨਾਂ ਕੋਲ ਰਹਿੰਦੇ ਹੋ, ਸਭ ਕੁਝ ਵੇਖਿਆ ਹੈ। ਜਿੰਨੀ ਉਪਮਾ ਤੁਸੀਂ ਕਰ ਰਹੇ ਹੋ, ਮੈਂ ਸਮਝਾਂਗਾ ਕਿ ਮੇਰੇ ਘਰ ਦੇ ਵਿੱਚ ਜੇਕਰ ਗੁਰੂ ਨਾਨਕ ਸਾਹਿਬ ਜੀ ਚਲੇ ਜਾਣ ਤੇ ਮੇਰੀ ਤੇ ਕੁੱਲ ਤਰ ਜਾਏਗੀ, ਮੇਰਾ ਭਲਾ ਹੋ ਜਾਏਗਾ। ਇਸ ਲਈ ਜਿਹੜਾ ਹੈ ਮੈਂ ਵੀ ਚਾਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਮੇਰੇ ਗ੍ਰਹਿ ਵਿਖੇ ਜਾਣ। ਤਨ ਤੇ ਮਨ ਤੇ ਜਨ ਤੇ, ਸਭ ਆਇਸ ਮੈਂ ਤਿਨ ਕੀ ਸਿਰ ਠਾਨੋ। ਹੁਣ ਰਿਸ਼ਤੇ ਵਜੋਂ ਜੀਜਾ ਜੀ ਨੇ, ਭਾਈਆ ਜੀ ਲੱਗਦੇ, ਪਰ ਕਹਿ ਕੀ ਰਹੇ ਨੇ, ਕਹਿਣ ਲੱਗੇ ਜੇ ਧੰਨ ਗੁਰੂ ਨਾਨਕ ਪਾਤਸ਼ਾਹ ਚਲੇ ਜਾਣ ਨਾ ਮੇਰੇ ਘਰ, ਤੇ ਧਨ ਦੇ ਨਾਲ, ਤਨ ਦੇ ਨਾਲ, ਮਨ ਦੇ ਨਾਲ ਦਾਸ ਬਣ ਕੇ ਮੈਂ ਉਹਨਾਂ ਦੀ ਸੇਵਾ ਕਰਾਂਗਾ, ਤੇ ਜੋ ਉਹ ਆਗਿਆ ਮੈਨੂੰ ਦੇਣਗੇ ਮੈਂ ਸਿਰ ਮੱਥੇ ਉਹਨਾਂ ਦੀ ਆਗਿਆ ਨੂੰ ਮੰਨਾਂਗਾ। ਕਹਿਓ ਉਠ ਬੰਧਨ ਕੀਨ ਬੁਲਾਰੇ ਕੋ, ਹੋਏ ਬੇਦਾ ਸੋ ਨਿਕੇਤ ਸਿਦਾਨੋ। ਇਸ ਪ੍ਰਕਾਰ ਫਿਰ ਇਹ ਗੱਲ ਕਹਿ ਕੇ ਭਾਈਆ ਜੈ ਰਾਮ ਜੀ ਉੱਠੇ ਨੇ, ਤੇ ਬੜੇ ਅਦਬ ਦੇ ਨਾਲ ਨਮਸਕਾਰ ਕੀਤੀ ਹੈ ਰਾਏ ਬੁਲਾਰ ਜੀ ਨੂੰ, ਤੇ ਬਾਅਦ ਦੇ ਵਿੱਚ ਆਪਣੇ ਸਹੁਰੇ ਘਰ ਭਾਵ ਬੇਬੇ ਨਾਨਕੀ ਜੀ ਕੋਲ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਜਾ ਕੇ ਉੱਥੇ ਬੈਠੇ ਹਨ। ਸੋਰਠਾ ਲੀਨ ਪਾਰ ਜਾ ਸਾਥ, ਡੋਲੇ ਮੈਂ ਚੜਵਾਏ ਕਰ। ਅਸਲ ਦੇ ਵਿੱਚ ਫਿਰ ਜਾ ਕੇ ਕੁਝ ਸਮਾਂ ਰੁਕੇ ਨੇ, ਉਸ ਤੋਂ ਬਾਅਦ ਫਿਰ ਆਪਣੀ ਪਤਨੀ ਨੂੰ ਭਾਈਆ ਜੈ ਰਾਮ ਜੀ ਭਾਵ ਬੇਬੇ ਨਾਨਕੀ ਜੀ ਨੂੰ ਡੋਲੇ ਵਿੱਚ ਬਿਠਾ ਕੇ ਆਪਣੇ ਗ੍ਰਹਿ ਨੂੰ ਸੁਲਤਾਨਪੁਰ ਨੂੰ ਤੁਰੇ ਹਨ। ਮਿਲ ਸ਼੍ਰੀ ਨਾਨਕ ਸਾਥ, ਸਾਸ ਸਸੁਰ ਕੋ ਨਮੋ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਮਿਲੇ ਨੇ, ਤੇ ਸਾਸ ਸਸੁਰ ਭਾਵ ਮਾਤਾ ਤ੍ਰਿਪਤਾ ਜੀ, ਬਾਬਾ ਮਹਿਤਾ ਕਾਲੂ ਜੀ, ਆਪਣੇ ਸੱਸ ਸਹੁਰੇ ਨੂੰ ਫਿਰ ਨਮੋ ਕੀਤੀ ਭਾਵ ਨਮਸਕਾਰ ਕੀਤੀ ਹੈ। ਸਨੇ ਸਨੇ ਪ੍ਰਸਥਾਨ, ਯੁਤ ਦਾਸਨ ਕੇ ਕਰ ਗਇਓ। ਫਿਰ ਚੱਲ ਕੇ ਜਿਹੜਾ ਹੈ ਹੌਲੀ ਹੌਲੀ ਚਾਲੇ ਜਿਹੜਾ ਹੈ ਚੱਲੇ ਨੇ, ਤੇ ਸਮਾਂ ਪਾ ਕੇ ਫਿਰ ਆਪਣੇ ਗ੍ਰਹਿ ਵਿਖੇ ਪਹੁੰਚ ਗਏ ਹਨ। ਸਿਮਰਤ ਸਤੁਤ ਬਖਾਨ, ਸ਼੍ਰੀ ਨਾਨਕ ਕੋ ਦੰਪਤੀ। ਭਾਈਆ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਜਿਹੜਾ ਹੈ ਸ਼ਬਦ ਉਚਾਰਨ ਕਰਦੇ ਨੇ।
ਭਾਵ ਉਹਨਾਂ ਦੀ ਵਡਿਆਈ ਕਰਦੇ ਨੇ ਦੋਵੇਂ ਜੀ ਮਿਲ ਕੇ। सवैया तापस चात रहे जस पांत कहो तस गात सुनो सुख दानी। ਇੱਥੇ ਫਿਰ ਜਿਹੜਾ ਹੈ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ, ਬਾਅਦ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਰਹੇ ਨੇ ਉਸੇ ਪ੍ਰਕਾਰ ਫਿਰ ਤੁਸੀਂ ਜਿਹੜਾ ਹੈ ਕਥਾ ਸੁਣਨੀ ਕਰੋ। योग की रीत निकेत बिखे पर तै निर्लेप विखेपता हानि। ਸਤਿਗੁਰੂ ਜੀ ਯੋਗ ਰੀਤੀ ਜਿਹੜਾ ਹੈ ਨਾ ਫਿਰ ਉੱਥੇ ਵਰਤਦੇ ਨੇ। ਕਹਿਣ ਤੋਂ ਭਾਵ ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਜਿਹੜਾ ਹੈ ਨਿਰਲੇਪ ਰਹਿੰਦੇ ਨੇ। ਇਸ ਪ੍ਰਕਾਰ ਮਾਲਕ ਜੀ ਜਿਹੜਾ ਹੈ ਆਪਣਾ ਸਮਾਂ ਬਤੀਤ ਕਰ ਰਹੇ ਹਨ। जैस विदेह रयो गृहस्थाश्रम है अजलो पर तच कहानी। ਜਿਸ ਤਰ੍ਹਾਂ ਫਿਰ ਜਿਹੜਾ ਹੈ ਜਿਵੇਂ ਇੱਥੇ ਉਦਾਹਰਨ ਦਿੱਤੀ ਗਈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਕਿ ਜਿਵੇਂ ਜਨਕ ਰਾਜਾ ਗ੍ਰਸਥ ਆਸ਼ਰਮ ਦੇ ਵਿੱਚ ਰਹੇ ਸਨ, ਉਹ ਪ੍ਰਤੱਖ ਕਹਾਣੀ ਵੀ ਜਿਹੜਾ ਤੁਸੀਂ ਸੁਣਨੀ ਕਰੋ। पावक बीच विभूत छपै तिब राखी छपाई कला गुण खानी। ਜਿਵੇਂ ਅੱਗ ਦੇ ਵਿੱਚ ਜਿਹੜਾ ਹੈ ਸਵਾਹ ਲੁਕੀ ਹੁੰਦੀ ਹੈ, ਤੇ ਇਸ ਪ੍ਰਕਾਰ ਗੁਣਾਂ ਦੇ ਖਜ਼ਾਨੇ ਨੇ ਆਪਣੀ ਕਲਾ ਨੂੰ ਛੁਪਾ ਕੇ ਰੱਖਿਆ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸੰਪੂਰਨ ਨੇ, ਪਰ ਆਪਣੀ ਕਲਾ ਨੂੰ ਉਹਨਾਂ ਨੇ ਸੰਸਾਰ ਤੋਂ ਹਾਲੇ ਛੁਪਾ ਕੇ ਰੱਖਿਆ ਹੋਇਆ ਹੈ। सोरठा लख न सकै अनजान बकै से अस मिल परस पर। ਅਣਜਾਣ ਆਦਮੀ ਜਿਹੜੇ ਨੇ ਸਮਝ ਨਹੀਂ ਸਕਦੇ, ਤੇ ਸਾਰੇ ਮਿਲ ਕੇ ਜਿਹੜਾ ਹੈ ਇਸ ਤਰ੍ਹਾਂ ਕਹਿੰਦੇ ਹਨ। काज कठन जग जान बिन मत होए न आवई। ਜਗਤ ਨੂੰ ਜਾਣਨ ਤੋਂ ਬਗੈਰ ਕੰਮ ਕਰਨਾ ਜਿਹੜਾ ਹੈ ਨਾ ਬੜਾ ਕਠਿਨ ਹੈ ਤੇ ਸਮਝ ਵੀ ਨਹੀਂ ਆਉਂਦੀ। श्री बेदी कुल चंद रहत समान सुभाए में। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਸਮਾਨ ਸੁਭਾਅ ਦੇ ਵਿੱਚ ਰਹਿੰਦੇ ਨੇ। ਉਹ ਕਦੇ ਵੀ ਜਿਹੜਾ ਹੈ ਨਾ ਗੁੱਸੇ ਵਿੱਚ ਨਹੀਂ ਆਉਂਦੇ। ਗੁਰੂ ਨਾਨਕ ਸਾਹਿਬ ਜੀ ਕਦੇ ਵੀ ਗੁੱਸੇ ਵਿੱਚ ਨਹੀਂ ਆਏ। ਇਸ ਪ੍ਰਕਾਰ ਮਾਲਕ ਜੀ ਬਹੁਤ ਖੁਸ਼ ਰਹਿੰਦੇ ਹਨ। कमलन से मत मंद कैसे सकै पछान सो। ਤੇ ਜਿਹੜੇ ਮੰਦਬੁੱਧੀ ਵਾਲੇ ਨੇ, ਬੇਸਮਝ ਲੋਕ ਨੇ, ਉਹ ਕਿਵੇਂ ਜਾਣ ਸਕਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ, ਕਿਵੇਂ ਉਹਨਾਂ ਦੀ ਸਮਰੱਥਾ ਨੂੰ ਜਾਣ ਸਕਦੇ ਨੇ? ਉਹ ਪਛਾਣ ਨਹੀਂ ਸਕਦੇ। धर्म तुरीन अगाध अस बिद समा बिता गई। ਇਸ ਪ੍ਰਕਾਰ ਧਰਮ ਧਾਰਨ ਕਰਨ ਵਾਲੇ ਅਸਾਧ ਜਿਹੜਾ ਹੈ ਪੁਰਖ ਇਸ ਪ੍ਰਕਾਰ ਆਪਣਾ ਸਮਾਂ ਜਿਹੜਾ ਹੈ ਉਹ ਬਤੀਤ ਕਰ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਉਹ ਪ੍ਰਗਟ ਕਰਨਗੇ। चल कर आयो साध एक दिवस तलवंड का। ਇੱਕ ਦਿਨ ਤਲਵੰਡੀ ਵਿੱਚ ਇੱਕ ਸਾਧੂ ਜਿਹੜਾ ਚੱਲ ਕੇ ਆਇਆ। ਹੁਣ ਮਾਲਕ ਨੇ ਕਰਾਮਾਤ ਇੱਥੇ ਵਰਤਾਉਣੀ। ਇੱਕ ਸਾਧੂ ਹੈ, ਤਲਵੰਡੀ ਵਿੱਚ ਚੱਲ ਕੇ ਆਇਆ ਹੈ। पवित्र रीत तन संत की अतीत बैठो आन एक नगर बहर पर आसन डसाए के। ਸਰੀਰ ਤੇ ਜਿਹੜਾ ਹੈ ਨਾ ਉਹਨਾਂ ਦਾ, ਸੰਤਾਂ ਦਾ ਮਾਨੋ ਕਿ ਜਿਹੜਾ ਸੰਤ ਰੂਪ ਉਹਨਾਂ ਨੇ ਬਣਾਇਆ ਹੋਇਆ ਹੈ। ਪਿੰਡ ਦੇ ਬਾਰ-ਬਾਰ ਜਿਹੜਾ ਇੱਕ ਚੰਗਾ ਆਸਣ ਲਾ ਕੇ ਉਹ ਬੈਠੇ ਹੋਏ ਹਨ। ताहि समय सहज सुभाए गए नानक जी बैस कर तार ता सुनाए। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਉੱਥੇ ਪਹੁੰਚ ਗਏ ਜਿੱਥੇ ਉਹ ਸਾਧੂ ਬੈਠਾ ਸੀ, ਸੰਤ ਮਹਾਤਮਾ ਬੈਠਾ ਸੀ। ਉੱਥੇ ਜਾ ਕੇ ਮਾਲਕ ਜੀ ਸਹਿਜ ਸੁਭਾਵਕ ਪਹੁੰਚੇ ਨੇ ਤੇ ਸਤ ਕਰਤਾਰ 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 ਕਰਦਿਆਂ ਹੋਇਆਂ ਉਹਦੇ ਕੋਲ ਬੈਠ ਗਏ ਹਨ। कांचन की मुद्रिका सुहाए क्षुद्र आंगुरी में लोटा हाथ लिए उपकारी जे सुभाए के। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸੋਨੇ ਦੀ ਮੁੰਦਰੀ ਤੇ ਆਪਣੀ ਛੋਟੀ ਉਂਗਲੀ ਵਿੱਚ ਪਾਈ ਹੋਈ ਸੀ, ਤੇ ਹੱਥ ਵਿੱਚ ਜਿਹੜਾ ਇੱਕ ਲੋਟਾ ਪਕੜਿਆ ਹੋਇਆ ਸੀ। बूझत
अतीत कौन नाम तो बरन रीत कहो परतीत निज चीत की जनाए कै। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੇਖਿਆ ਹੈ ਤੇ ਉਹ ਸਾਧੂ ਪੁੱਛਣ ਲੱਗਾ, ਤੁਸੀਂ ਕੌਣ, ਤੁਹਾਡਾ ਨਾਮ ਕੀ ਹੈ, ਕਿਹੜੀ ਰੀਤੀ ਹੈ ਤੇ ਕਿਹੜਾ ਵਰਨ ਹੈ ਤੁਹਾਡਾ। ਆਪਣੇ ਚਿੱਤ ਦੀ ਜਿਹੜਾ ਹੈ ਨਾ ਪ੍ਰਤੀਤ ਨੂੰ ਸਮਝਾ ਕੇ ਤੁਸੀਂ ਦੱਸਣਾ ਕਰੋ। नानक है नाम निरंकारी तन बेक जान खत्री की जात गोत बेद मम जानिए। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮੇਰਾ ਨਾਮ ਜਿਹੜਾ ਨਾਨਕ ਹੈ ਤੇ ਨਿਰੰਕਾਰੀ ਮੇਰੇ ਸਰੀਰ ਦਾ ਜਿਹੜਾ ਹੈ ਵੇਸ ਹੈ, ਪਰਮਾਤਮਾ ਦਾ ਸਰੂਪ। ਇਸ ਪ੍ਰਕਾਰ ਤੁਸੀਂ ਜਿਹੜਾ ਹੈ ਗੋਤ ਜਾਤੀ ਪੁੱਛੀ ਹੈ ਤੇ ਉਹ ਵੀ ਜਿਹੜਾ ਹੈ ਹੁਣ ਸੁਣੋ, ਜੋ ਸਾਡੇ ਪਿਤਾ ਦੀ ਹੈ ਜਾਂ ਫਿਰ ਜੋ ਸਾਡੀ ਕੁਲ ਹੈ। ਖੱਤਰੀ ਮੇਰੀ ਜਾਤੀ ਹੈ ਤੇ ਗੋਤ ਮੇਰੀ ਬੇਦੀ ਹੈ। कहे संत वाक तुम आप निरंकारी भय उत्तर बताए हम कौन ते प्रमाणिए। ਇਹ ਸੁਣ ਕੇ ਫਿਰ ਸੰਤ ਨੇ ਕਿਹਾ ਹੈ, ਉਸ ਮਹਾਤਮਾ ਨੇ ਇਹ ਗੱਲ ਕਹੀ ਹੈ, ਤੁਸੀਂ ਆਪ ਨਿਰੰਕਾਰੀ ਬਣੇ ਹੋ, ਪਰ ਅਸੀਂ ਕਿਵੇਂ ਜਿਹੜਾ ਹੈ ਸਮਝੀਏ ਕਿ ਤੁਸੀਂ ਨਿਰੰਕਾਰੀ ਹੋ, ਕੋਈ ਪ੍ਰਮਾਣ ਹੈ ਤੁਹਾਡੇ ਕੋਲ, ਕੋਈ ਸਬੂਤ ਹੈ, ਸਾਡੀ ਇਸ ਗੱਲ ਦਾ ਤੁਸੀਂ ਉੱਤਰ ਦੇਣਾ ਕਰੋ। रावर तो संत रूप मतो है अनूप शुभ पय निरंकार हूँ के भेद न पछानिए। ਇਸ ਪ੍ਰਕਾਰ ਅਸੀਂ ਜਿਹੜਾ ਹੈ ਕਿਵੇਂ, ਆਪ ਤਾਂ ਸੰਤ ਰੂਪ ਮਤ ਹੈ ਤੇ ਤੁਸੀਂ ਜਿਹੜਾ ਹੈ ਨਿਰੰਕਾਰ ਦੇ ਭੇਦ ਨੂੰ ਪਛਾਣਦੇ ਨਹੀਂ ਹੋ, ਅਨੂਪ ਸ਼ੁਭ ਜਿਹੜਾ ਹੈ ਬਣੇ ਹੋਏ ਹੋ, ਤੇ ਸਾਡੀ ਸ਼ੰਕਾ ਦਾ ਜਿਹੜਾ ਹੈ ਨਾ ਨਿਵਾਰਨ ਕਰਨਾ ਕਰੋ। ऐसे के वाक लीन करते उतार छाप लोट के समेत ताहे दीन सुख दानिए। ਇਹ ਸ਼ਬਦ ਕਹਿ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੋਂ ਜਿਹੜਾ ਉਹ ਛਾਪ ਲਾਈ ਹੈ, ਮੁੰਦਰੀ ਲਾਈ ਹੈ ਤੇ ਲੋਟੇ ਸਮੇਤ, ਗੜਵੇ ਸਮੇਤ ਉਸ ਸਾਧੂ ਨੂੰ ਜਿਹੜਾ ਦੇ ਦਿੱਤੀ ਹੈ। कहे पुन संत हमें पहुँची सो लेह अब नहीं मोह काम निज ताम ले सदाई। ਸਾਧੂ ਨੇ ਫਿਰ ਅੱਗਿਓਂ ਇਹ ਗੱਲ ਕਹੀ ਹੈ ਕਿ ਸਾਨੂੰ ਇਹ ਮੁੰਦਰੀ ਲੋਟਾ ਜਿਹੜਾ ਮਿਲ ਗਿਆ ਹੈ, ਤੁਸੀਂ ਹੁਣ ਵਾਪਸ ਲੈ ਲਓ, ਮੇਰੇ ਇਹ ਕਿਸੇ ਕੰਮ ਦਾ ਨਹੀਂ ਹੈ। एक बार दे कर ताहि को सो लेह हम देत कर लेत जौन तरम लजाइए। ਇਸ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਅੱਗਿਓਂ ਫਿਰ ਬਚਨ ਕਹੇ ਨੇ, ਇੱਕ ਵਾਰ ਜਦੋਂ ਹੱਥੀ ਅਸੀਂ ਚੀਜ਼ ਦੇ ਦਿੰਦੇ ਹਾਂ ਨਾ ਤੇ ਉਹ ਫਿਰ ਵਾਪਸ ਨਹੀਂ ਲਈਦੀ, ਕਿਉਂਕਿ ਇਹ ਠੀਕ ਨਹੀਂ ਹੈ। ਪਹਿਲਾਂ ਦੇ ਦਿਓ ਤੇ ਫਿਰ ਵਾਪਸ ਲੈ ਲਓ। ਦੇ ਕੇ ਵਾਪਸ ਲੈਣ ਵਾਲਾ ਧਰਮ ਨੂੰ ਜਿਹੜਾ ਹੈ ਉਹ ਲਾਜ ਲੱਗਦੀ ਹੈ। होय के प्रसन्न संत कहत प्रछन्न बे लेत कर तार सुध ऐसे जान पाइए। ਇਸ ਪ੍ਰਕਾਰ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਉਸ ਮਹਾਤਮਾ ਨੇ, ਸਾਧੂ ਨੇ ਗੁਪਤ ਰੂਪ ਵਿੱਚ ਕਰਤਾਰ ਨੂੰ ਜਿਹੜਾ ਹੈ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਵਿੱਚ ਤੱਕਿਆ ਹੈ। ਇਸ ਤਰ੍ਹਾਂ ਸਮਝ ਪਈ ਹੈ। संत तब चल्यो गयो नानक सदन आयो सुंदर बदन निज सिख सुख दाइए। ਫਿਰ ਸਾਧੂ ਜਿਹੜਾ ਹੈ ਉਹ ਮੁੰਦਰੀ, ਉਹ ਲੋਟਾ ਲੈ ਕੇ ਚਲਾ ਗਿਆ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁੱਖਾਂ ਦੇ ਘਰ ਸੁੰਦਰ ਮੁਖੜੇ ਵਾਲੇ ਆਪਣੇ ਗ੍ਰਹਿ ਵਿਖੇ ਆਏ ਹਨ। कालू कर देख कायो कोप में बिसेक मुख पाके दूर बाच अब साच कहो मोह को। ਹੁਣ ਫੇਰ ਬਾਬਾ ਮਹਿਤਾ ਕਾਲੂ ਜੀ ਨੇ ਵੇਖਿਆ ਹੈ, ਹੱਥ ਵੀ ਖਾਲੀ ਹੈ ਤੇ ਲੋਟਾ ਵੀ ਨਹੀਂ ਹੱਥ ਦੇ ਵਿੱਚ। ਬਾਬਾ ਮਹਿਤਾ ਕਾਲੂ ਜੀ ਖਾਲੀ ਹੱਥ ਵੇਖ ਕੇ ਜਿਹੜਾ ਹੈ ਨਾ ਬੜੇ ਗੁੱਸੇ ਵਿੱਚ ਆਏ ਨੇ ਤੇ ਬੜੇ ਖੋਟੇ ਖਰੇ ਜਿਹੜਾ ਹੈ ਨਾ ਬਚਨ ਕਹਿਣ ਲੱਗੇ ਨੇ। ਕਹਿਣ ਲੱਗੇ, ਸੱਚੀ ਦੱਸ ਹੁਣ ਲੋਟਾ ਕਿੱਥੇ? ਹੱਥ ਵਿੱਚ ਪਈ ਹੋਈ ਮੁੰਦਰੀ ਜਿਹੜਾ ਛਾਪ ਕਿਸ ਨੂੰ ਹੁਣ ਦੇ ਕੇ ਆਇਆ ਹੈ? लोटा तै गवाए छाप
दीन कौन जाए सुत, सदा दुखदाई मत आवत न तोहि को। ਭਾਈ ਕਿੱਥੇ ਤੂੰ ਗਵਾ ਆਇਆ ਲੋਟਾ? ਉਹ ਛਾਪ ਉਹ ਮੁੰਦਰੀ ਕਿੱਥੇ ਦਿੱਤੀ ਹੈ? ਤੂੰ ਸਦਾ ਮੈਨੂੰ ਦੁਖੀ ਕਰਦਾ ਰਹਿਣਾ। ਅਸਲ ਦੇ ਵਿੱਚ ਜਿਹੜਾ ਹੈ ਤੈਨੂੰ ਕੋਈ ਸਮਝ ਨਹੀਂ ਹੈਗੀ। ਦੱਸ ਮੈਨੂੰ ਤੂੰ ਜਿਹੜਾ ਹੈ ਇਹ ਦੋਵੇਂ ਚੀਜ਼ਾਂ ਕਿੱਥੇ ਦੇ ਕੇ ਆਇਆ ਹੈ? कहाँ लो पुकारो नह लीन तै समारो, पौन कीन यो उजारो मुर कयो जे न कोई को। ਕਿੱਥੋਂ ਤੱਕ ਜਿਹੜਾ ਹੈ ਮੈਂ ਪੁਕਾਰ ਕਰਾਂ, ਕਿਸ ਕਿਸ ਚੀਜ਼ ਨੂੰ ਮੈਂ ਸੰਭਾਲਾਂ? ਤੂੰ ਸਾਰੇ ਘਰ ਨੂੰ ਉਜਾੜ ਦਿੱਤਾ ਹੈ। ਮੇਰਾ ਕੁਝ ਵੀ ਜਿਹੜਾ ਹੈ ਆਖਿਆ ਤੈਨੂੰ ਲੱਗਦਾ ਨਹੀਂ ਹੈ। इच्छा जेह जय हम ताम हूँ न अय, निज खय जे कमय कयो हृदय पर छोय। ਹੁਣ ਇੰਨਾ ਗੁੱਸਾ ਆਇਆ ਹੈ ਕਿ ਜਿਵੇਂ ਆਮ ਗੁੱਸੇ ਵਿੱਚ ਇੱਕ ਮਾਤਾ ਪਿਤਾ ਆਪਣੇ ਜਿਹੜਾ ਪੁੱਤਰ ਜਾਂ ਧੀ ਨੂੰ ਕਹਿ ਦਿੰਦਾ ਹੈ, ਜਾ ਤੂੰ ਘਰੋਂ ਨਿਕਲ ਜਾ, ਚਲੇ ਜਾ ਇੱਥੋਂ। ਤੇ ਉਦਾਂ ਹੀ ਬਾਬਾ ਮਹਿਤਾ ਕਾਲੂ ਜੀ ਕਹਿੰਦੇ, ਜਿੱਥੇ ਤੇਰੀ ਇੱਛਾ ਹੁਣ ਕਰਦੀ ਹੈ ਨਾ, ਤੂੰ ਜਾ ਇੱਥੋਂ, ਚਲੇ ਜਾ ਮੇਰੀਆਂ ਅੱਖਾਂ ਦੇ ਸਾਹਮਣੇ, ਮੁੜ ਕੇ ਮੇਰੇ ਘਰ ਨਾ ਆਵੇਂ। ਤੇ ਆਪ ਖਾਓ, ਜੋ ਕਮਾਓਗੇ ਉਹ ਖਾਓਗੇ। ਬੜੇ ਗੁੱਸੇ ਦੇ ਨਾਲ ਇਹ ਵਚਨ ਬਾਬਾ ਮਹਿਤਾ ਕਾਲੂ ਜੀ ਨੇ ਕਹੇ ਹਨ। छोड़ी जो कमाई तेरी, दीन तै गवाए मेरी, बनज ब्योहार की न मत तेरे पास है। ਹੁਣ ਤੁਹਾਡੀ ਕਮਾਈ ਤੇ ਅਸੀਂ ਛੱਡੀ ਹੈ ਤੇ ਤੁਸੀਂ ਜਿਹੜਾ ਹੈ ਮੇਰੀ ਕਮਾਈ ਗਵਾਈ ਜਾ ਰਹੇ ਜੋ। ਤੇ ਵਣਜ ਵਪਾਰ ਕਰਨ ਦੀ ਤੇ ਤੁਹਾਡੇ ਅੰਦਰ ਹਜੇ ਸਮਝ ਨਹੀਂ ਆਈ। तू शनि करत हो बोलत खपत नित, मानत न बात के दो दुख ही की रास है। ਤੂੰ ਆਪ ਤੇ ਚੁੱਪ ਰਹਿਣਾ, ਜਦੋਂ ਅਸੀਂ ਝਿੜਕਦੇ ਹਾਂ ਕੁਝ ਵੀ ਉਦੋਂ ਤੇ ਚੁੱਪ ਕਰ ਜਾਂਦੇ ਹੋ। ਤੇ ਅਸੀਂ ਤੇ ਬੋਲ ਬੋਲ ਕੇ ਜਿਹੜਾ ਖੱਪ ਗਏ ਹਾਂ, ਥੱਕ ਗਏ ਹਾਂ। ਮੇਰੀ ਗੱਲ ਕਦੀ ਵੀ ਤੁਸੀਂ ਨਹੀਂ ਮੰਨੀ, ਜਿਵੇਂ ਤੂੰ ਕਿਤੇ ਜਿਹੜਾ ਦੁੱਖਾਂ ਦੀ ਖਾਣ ਹੋਵੇ ਮੇਰੇ ਵਾਸਤੇ। राय संग ताय जाय कयो काहू पेद सब, कालू को बुलाए राय लीन तब आस है। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸੇ ਵੇਲੇ ਰਾਏ ਬੁਲਾਰ ਜੀ ਕੋਲ ਚਲੇ ਗਏ ਨੇ, ਸਾਰੀ ਗੱਲ ਦੱਸੀ ਹੈ। ਤੇ ਰਾਏ ਬੁਲਾਰ ਜੀ ਨੇ ਫਿਰ ਬਾਬਾ ਮਹਿਤਾ ਕਾਲੂ ਜੀ ਨੂੰ ਬੁਲਾਇਆ ਹੈ। कहाँ तोय पायो न मान किम कयो, बहु प्राक समझियो तेरो गयो विश्वास है। ਤੈਨੂੰ ਕੀ ਹੋ ਗਿਆ ਹੈ ਦੱਸ ਕਾਲੂ? ਵਡੇਰੀ ਉਮਰ ਹੈ ਨਾ, ਇਸ ਲਹਿਜੇ ਵਿੱਚ ਬੋਲਿਆ ਹੋਵੇ। ਹੇ ਕਾਲੂ ਤੈਨੂੰ ਕੀ ਹੋ ਗਿਆ? ਮੇਰੀ ਕਹੀ ਹੋਈ ਗੱਲ ਜਿਹੜਾ ਹੈ ਕਿਉਂ ਨਹੀਂ ਮੰਨਦਾ ਤੂੰ? ਮੈਂ ਪਹਿਲਾਂ ਵੀ ਕਈ ਵਾਰ ਤੈਨੂੰ ਸਮਝਾਇਆ ਹੈ, ਪਰ ਜਿਹੜਾ ਹੈ ਤੂੰ ਉਹ ਗੱਲ ਤੇ ਜਿਹੜਾ ਹੈ ਅਮਲ ਨਹੀਂ ਕਰਦਾ। ਇੱਥੋਂ ਤੱਕ ਵੀ ਕਿਹਾ ਹੈ ਜਿਤਨਾ ਖਰਚਾ ਹੈ ਮੈਂ ਦੇ ਦਿਆਂਗਾ, ਪਰ ਮੇਰੇ ਗੁਰੂ ਨਾਨਕ ਨੂੰ ਕੁਛ ਨਾ ਬੋਲਿਆ ਕਰ। ਭੈੜੇ ਬੋਲ ਨਾ ਬੋਲਿਆ ਕਰ, ਮਾਰਿਆ ਨਾ ਕਰ। ਅਸਲ ਦੇ ਵਿੱਚ ਇਹੋ ਜਿਹਾ ਕੰਮ ਨਾ ਕਰਿਆ ਕਰ। दोहरा पत्थर ते निठुरो अधिक, जल मम बच किम पेद, नानक कदली कोमलम पौन जिवे देखे। ਰਾਏ ਬੁਲਾਰ ਜੀ ਕਹਿੰਦੇ, ਤੇਰਾ ਹਿਰਦਾ ਪੱਥਰ ਵਰਗਾ ਹੈ ਤੇ ਮੇਰੇ ਬਚਨ ਜਿਹੜਾ ਹੈ ਪਾਣੀ ਵਰਗੇ ਨੇ, ਕਿਵੇਂ ਅਸਰ ਹੋਏਗਾ? ਇਸ ਲਈ ਜਿਹੜਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤੂੰ ਜਿਹੜਾ ਹੈ ਕਹਿਣੋਂ ਨਹੀਂ ਟਲਣਾ। ਹਰ ਵਾਰ ਤੂੰ ਕੁਝ ਨਾ ਕੁਝ ਕਹਿਣਾ ਹੈ, ਹਰ ਵਾਰ ਕੁਝ ਨਾ ਕੁਝ ਕਠੋਰ ਬਚਨ ਬੋਲਦਾ ਹੈ। ਇਸ ਲਈ ਜਿਹੜਾ ਹੈ ਇਹ ਕੰਮ ਠੀਕ ਨਹੀਂ ਹੈ। सवैया नानक तात कही तब बात, सुनो कर छाप होती सुध नाही। ਨਾਨਕ ਜੀ ਦੇ ਪਿਤਾ ਜੀ ਨੇ ਫਿਰ ਗੱਲ ਕਹੀ ਹੈ ਕਿ ਇਹਦੇ ਹੱਥ ਵਿੱਚ ਇੱਕ ਮੁੰਦਰੀ ਸੀ, ਛਾਪ ਸੀ, ਪਰ ਅਸਲ ਦੇ ਵਿੱਚ ਉਹਦੀ ਕੋਈ ਖਬਰ ਨਹੀਂ। ਇਹਨੂੰ ਕਿੱਥੇ ਸੁੱਟ ਆਇਆ ਹੈ, ਕਿਹਨੂੰ ਦੇ ਕੇ ਆਇਆ ਹੈ? जानत नाहि न काहे कर केह, गिर दई जे दई किस पाई। ਹੁਣ ਇਹ ਵੀ ਨਹੀਂ ਇਹ ਜਾਣਦਾ ਕਿ ਕੀ ਬਣਿਆ ਹੈ ਉਸ ਛਾਪ ਦਾ, ਕਿੱਥੇ ਦੇ ਕੇ ਆਇਆ ਹੈ, ਕੋਈ ਡੇਗ ਆਇਆ ਹੈ ਜਾਂ ਕਿਸੇ ਨੂੰ ਦਿੱਤੀ ਹੈ, ਕੁਝ ਬੋਲਦਾ ਹੀ ਨਹੀਂ ਹੈ। हो अनुमान
ਗੋਸ਼ਟੀ ਨਿਤ ਫਕੀਰਨ ਖਾਹੀ। ਮੇਰਾ ਤੇ ਅਨੁਮਾਨ ਇਹੋ ਹੀ ਕਹਿੰਦਾ ਹੈ ਕਿ ਇਹ ਤੇ ਫਕੀਰਾਂ ਦੀ ਗੋਸ਼ਟ ਵਿੱਚ ਲੱਗਾ ਰਹਿੰਦਾ ਹੈ, ਉੱਥੇ ਬਹਿੰਦਾ ਹੈ, ਉਹਨਾਂ ਦੀ ਸੰਗਤ ਕਰਦਾ ਹੈ, ਤੇ ਕਿਤੇ ਉਹਨਾਂ ਨੂੰ ਹੀ ਅਸਲ ਦੇ ਵਿੱਚ ਦੇ ਕੇ ਆ ਗਿਆ ਹੈ। ਤੇ ਤਿਨ ਕੋ ਨਾ ਬਤਾਵਤ ਹੈ ਪੁਨ, ਤੂਸ਼ਨ ਤਾਰਤ ਹੈ ਮੁਖ ਮਾਹੀ। ਫਕੀਰਾਂ ਨੂੰ ਦੇ ਕੇ ਆਇਆ ਹੈ ਤਾਂ ਵੀ ਨਹੀਂ ਦੱਸਦਾ, ਚੁੱਪ ਹੀ ਰਹਿੰਦਾ। ਇਸ ਲਈ ਤੁਸੀਂ ਦੱਸੋ ਮੈਂ ਕੀ ਕਰਾਂ। ਹੋਂਕੇ ਤਿਜ ਕਮਾਈ ਕੇ ਆਨਤ, ਖੂਬਤ ਹੈ ਨਾ ਵਿਚਾਰ ਕਰਾਈ। ਜੇ ਕਿਸੇ ਥਾਂ ਤੇ ਜਾ ਕੇ ਕਮਾ ਨਹੀਂ ਪਾਉਂਦਾ ਤੇ ਫਿਰ ਗਵਾਉਣ ਦਾ ਵੀ ਕੋਈ ਹੱਕ ਨਹੀਂ। ਇਹ ਕੋਈ ਵਿਚਾਰਨਯੋਗ ਜਿਹੜਾ ਨਹੀਂ ਹੈ, ਭਾਵ ਜਿਹੜਾ ਹੈ ਮੈਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਾਂਗਾ। ਜੋ ਇਸ ਬੈਸ ਸਮਾਨ ਹੋਤੇ ਕਰ, ਕਾਰ ਸੰਭਾਲ ਲਈ ਸਭ ਤਾਹੀਂ। ਇਸ ਦੀ ਉਮਰ ਦੇ ਬਰਾਬਰ ਜਿਹੜਾ ਹੈ ਕੋਈ ਹੋਰ ਵੀ ਹੁੰਦਾ ਤਾਂ ਘਰ-ਬਾਰ ਜਿਹੜਾ ਹੁਣ ਤੱਕ ਪੂਰੀ ਤਰ੍ਹਾਂ ਸੰਭਾਲ ਲੈਂਦਾ, ਪਰ ਇਹਨਾਂ ਨੇ ਹਾਲੇ ਤੱਕ ਘਰ-ਬਾਰ ਜਿਹੜਾ ਹੈ ਨਾ ਸੰਭਾਲਿਆ ਨਹੀਂ। ਔਰ ਨ ਜਾਣਤ ਕਾਜ ਕਛੂ ਇਹ, ਦੇਵਨ ਕੋ ਸਭ ਤੇ ਸਰਸਾਈ। ਹੋਰ ਤੇ ਕੋਈ ਕੰਮ ਜਾਣਦੇ ਨਹੀਂ, ਬਸ ਹੋਰਨਾਂ ਨੂੰ ਦੇਣਾ ਹੀ ਜਾਣਦੇ ਨੇ, ਹੋਰ ਕੋਈ ਕੰਮ ਨਹੀਂ। ਘਰੋਂ ਲੈ ਗਏ ਤੇ ਦੂਜਿਆਂ ਨੂੰ ਦੇ ਦਿੱਤਾ, ਬਸ ਇਹ ਕੰਮ ਇਹਨਾਂ ਨੂੰ ਆਉਂਦਾ ਹੈ। ਖਟ ਨ ਚਾਹਤ ਮੈਂ ਇਹ ਕੀ ਕਬ, ਆਪ ਕਮਾਈ ਕੇ ਆਪ ਹੀ ਖਾਈ। ਮੈਂ ਤਾਂ ਇਸ ਦੀ ਖੱਟੀ ਕਮਾਈ ਕਦੀ ਵੀ ਨਹੀਂ ਚਾਹੀ, ਤੇ ਪਰ ਜਿਹੜਾ ਹੈ ਇਸ ਨੂੰ ਵੀ ਚਾਹੀਦਾ ਹੈ ਕਿ ਇਹ ਕੁਝ ਕਮਾ ਕੇ ਖਵਾਵੇ। ਸੋ ਇਸ ਪ੍ਰਕਾਰ ਦੀ ਵਾਰਤਾਲਾਪ ਚੱਲ ਰਹੀ ਹੈ। ਤੇ ਰਾਏ ਬੁਲਾਰ ਜੀ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੁਲਤਾਨਪੁਰ ਦੇ ਵਿੱਚ ਕਿਵੇਂ ਭੇਜਣਗੇ ਤੇ ਉੱਥੇ ਜਾ ਕੇ ਮਾਲਕ ਜੀ ਕਿਵੇਂ ਬਖਸ਼ਿਸ਼ਾਂ ਕਰਨਗੇ। ਮੋਦੀ ਦੀ ਕਾਰ ਜਿਹੜਾ ਹੈ ਫਿਰ ਮੋਦੀ ਖਾਨੇ ਦੇ ਵਿੱਚ ਆਰੰਭ ਕਰਨਗੇ ਤੇ 13 ਕਿਵੇਂ ਜਿਹੜਾ ਹੈ ਤੋਲਣਗੇ। ਸੋ ਆਉਣ ਵਾਲੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਵਿਨਾਸ਼, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, हे निर्गुण सब टेक, हे गोविंद हे गुण निधान, जाके सदा विवेक। हे अपरंपर हर हरे, है पी हो बनहार, हे संतां के सदा संग, निधारा आधार। हे ठाकुर हों दासरो, मैं निर्गुण गुण नहीं को, नानक दीजै नामदार। राखो हिय परो, आए प्रभ शरणागति, कृपा निध दयाल। एक अखर हर मन बसत, नानक होत निहाल। आए प्रभ शरणागति, कृपा निध दयाल। एक अखर हर मन बसत। नानक होत निहाल। वाहिगुरु जी का खालसा, वाहिगुरु जी की फतेह। ਸਰਬੱਤ ਸਤ ਸੰਗਤ ਦੀ ਚਰਨਾਂ 'ਚ ਬੇਨਤੀ ਹੈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਕੱਲ੍ਹ 1 ਮਈ ਨੂੰ ਹੈ ਅਤੇ 15 ਮਈ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਸੋ ਦੋਨਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਲ੍ਹ ਸਵੇਰੇ 9 ਵਜੇ ਸ਼੍ਰੀ ਸਹਿਜ ਪਾਠ ਦੇ ਜਾਪ ਪ੍ਰਾਰੰਭ ਹੋਣਗੇ, ਜੋ ਲਗਾਤਾਰ 15 ਦਿਨ ਜਾਪ ਚੱਲੇਗਾ। ਸੋ 15 ਤਰੀਕ ਨੂੰ ਦਿਨ ਦੇ ਪਾਵਨ ਦੀਵਾਨ ਉਹ ਲਿਖੇ ਜਾਣਗੇ, ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ। ਸੋ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।